ਦੇਖਦੇ ਹੁੰਦੇ ਸੀ ਤੁਸੀਂ ਯੂਰਪ ਵੀ ਗਏ, ਮਾਸਕੋ, ਰਸ਼ੀਆ ਵੀ ਗਏ, ਉਹ ਵੀ ਇੰਟਰਫੇਥ ਦੇ ਨਾਲ ਗਏ, ਕਿਸ ਤਰ੍ਹਾਂ ਸੀ? ਹਾਂਜੀ, ਇਹ ਅਸਲ ਦੇ ਵਿੱਚ ਇੰਟਰਫੇਥ ਇਹ ਸਿਰਫ ਇੱਕ ਜਿੱਦਾਂ ਡਾਇਲੌਗ ਕਰਨ ਲਈ ਜਾਂ ਚਰਚਾ ਦਾ ਮੈਨੇ ਚਰਚਾ ਕਰਨ ਲਈ ਲੋਕੀ ਇਕੱਠੇ ਨਹੀਂ ਹੁੰਦੇ, ਬਲਕਿ ਜਿਹੜੇ ਕਿ ਚੈਲੰਜਿੰਗ ਇਸ਼ੂਜ਼ ਨੇ ਸੋਸਾਇਟੀ ਦੇ, ਉਹਨਾਂ ਬਾਰੇ ਡਿਸਕਸ਼ਨਸ ਹੁੰਦੀਆਂ ਨੇ। ਸੋ ਜਿਸ ਤਰ੍ਹਾਂ ਵਾਇਲੈਂਸ ਹੈ, ਨਸਲਵਾਦ ਹੈ, ਰੇਸਿਜ਼ਮ ਹੈ, ਜਾਂ ਵੂਮਨ ਰਾਈਟਸ ਨੇ, ਚਿਲਡਰਨਸ ਇਸ਼ੂਜ਼ ਨੇ, ਇਹਨਾਂ ਦੇ ਵਿੱਚ ਹਰੇਕ ਧਰਮ ਦਾ ਕੀ ਪਰਸਪੈਕਟਿਵ ਹੈ, ਤੇ ਇਹ ਫਿਰ ਦੇਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਅਸੀਂ ਕਿਸ ਤਰ੍ਹਾਂ ਇਕੱਠੇ ਹੋ ਕੇ ਕੰਮ ਕਰ ਸਕੀਏ, ਜਾਂ ਅਸੀਂ ਰਾਜਨੀਤਿਕ ਲੀਡਰਾਂ ਦੇ ਉੱਤੇ ਤੇ ਸੋਸਾਇਟੀ ਦੇ ਵਿੱਚ ਅਵੇਅਰਨੈਸ ਕਿੱਦਾਂ ਕ੍ਰੀਏਟ ਕਰ ਸਕੀਏ ਇਹਨਾਂ ਇਸ਼ੂਜ਼ ਬਾਰੇ। ਸੋ ਉਸ ਵੇਲੇ ਇਨਵਾਇਰਨਮੈਂਟ ਦਾ ਜਿਹੜਾ ਨਵਾਂ ਇਸ਼ੂ ਉੱਭਰ ਕੇ ਆ ਰਿਹਾ ਸੀਗਾ ਕਿ ਜਿਹੜੀ ਧਰਤੀ ਹੈ ਇਹਨੂੰ ਬਚਾਉਣ ਲਈ ਜੇ ਕੋਈ ਗਰੁੱਪ ਕੋਈ ਆਪਣਾ ਯੋਗਦਾਨ ਪਾ ਸਕਦਾ ਉਹ ਤਾਂ ਧਾਰਮਿਕ ਨੇਤਾ ਹੀ ਨੇ। ਸੋ ਇਸ ਕਰਕੇ ਪਬਲਿਕ ਦੇ ਵਿੱਚ ਅਵੇਅਰਨੈਸ ਕ੍ਰੀਏਟ ਕਰਨ ਲਈ ਤੇ ਖਾਸ ਕਰਕੇ ਰਾਜਨੀਤਿਕ ਲੀਡਰਾਂ ਲਈ ਤੇ ਨਾਲ ਤੇ ਸਾਇੰਟਿਸਟ ਦੇ ਨਾਲ ਕਿੱਦਾਂ ਵਰਕ ਕਰਕੇ ਪਬਲਿਕ ਦੇ ਵਿੱਚ ਅਵੇਅਰਨੈਸ ਕ੍ਰੀਏਟ ਕੀਤੀ ਜਾਵੇ ਇਨਵਾਇਰਨਮੈਂਟ ਬਾਰੇ। ਕੰਟਰੀ ਜਾਂ ਸਿਟੀ ਵਿੱਚ ਗਏ? ਇਹ ਅਸੀਂ 1990 ਦੇ ਵਿੱਚ ਮਾਸਕੋ ਦੇ ਵਿੱਚ ਇੱਕ ਕਾਨਫਰੰਸ ਸੀਗੀ, ਗੋਰਬਾਚੋਵ ਤੇ ਸੋਵੀਅਤ ਯੂਨੀਅਨ ਉਸ ਵੇਲੇ ਕ੍ਰੈਮਲਿਨ ਦੇ ਵਿੱਚ ਮੀਟਿੰਗ ਸੀਗੀ, ਤੇ ਤਕਰੀਬਨ 800 ਡੈਲੀਗੇਟ ਸਾਰੇ ਵਰਲਡ ਤੋਂ ਗਏ ਹੋਏ ਸੀਗੇ। ਹਾਂਜੀ, ਉਹਦੇ ਵਿੱਚ ਨੋਬਲ ਪੀਸ ਪ੍ਰਾਈਜ਼ ਵਿਨਰਸ ਤੇ ਸਾਇੰਟਿਸਟ ਤੇ ਆਪਣੇ ਧਾਰਮਿਕ ਨੇਤਾ ਤੇ ਸੋਸ਼ਲ ਐਕਟਿਵਿਸਟ, ਆਲ ਕਾਈਂਡਸ ਆਫ ਹਰੇਕ ਸੋਸਾਇਟੀ ਦੇ ਹਰ ਸੈਕਸ਼ਨ ਤੋਂ ਬੰਦੇ ਉੱਥੇ ਪਹੁੰਚੇ ਹੋਏ ਸੀ। ਸਿੱਖ ਕਿੰਨੇ ਕੁ ਦੇ? ਅਸੀਂ 2 ਸੀਗੇ ਜੀ ਸਿਰਫ। ਕਿੱਥੋਂ? ਮੈਂ ਇੱਕ ਸੀਗਾ ਵਾਸ਼ਿੰਗਟਨ ਤੋਂ, ਤੇ ਇੱਕ ਸੀਗੇ ਡਾਕਟਰ ਗੋਪਾਲ ਸਿੰਘ ਦੇ ਵੱਡੇ ਭਰਾ ਮਿਸਟਰ ਉਬਾਨ, ਮੇਜਰ ਉਬਾਨ, ਮੇਜਰ ਜਨਰਲ ਉਬਾਨ, ਬੜੇ ਬਜ਼ੁਰਗ ਸੀਗੇ। ਉਹ ਆਮ ਤੌਰ ਤੇ ਇਹਨਾਂ ਮੀਟਿੰਗਸ 'ਚ ਜਾਂਦੇ ਹੁੰਦੇ ਸੀਗੇ, ਉਹ ਵੀ ਸਨ। ਤੇ ਬਾਅਦ ਦੇ ਵਿੱਚ 1-2 ਅਮਰੀਕਨ ਸਿੱਖ ਵੀ ਪਹੁੰਚੇ ਸੀਗੇ, ਪਰ ਆਫੀਸ਼ੀਅਲ ਡੈਲੀਗੇਟ ਅਸੀਂ 2 ਹੀ ਸੀਗੇ। ਹੋਰ ਕਿਹੜੀ ਕਾਨਫਰੰਸ ਹੈ ਉਹਦੇ ਵਿੱਚ? ਮੈਂ ਤੁਹਾਨੂੰ ਉਹ ਦੱਸਣਾ ਚਾਹੁੰਦਾ ਕਿ ਉੱਥੇ ਫਿਰ ਮੈਨੂੰ ਮੌਕਾ ਮਿਲਿਆ ਤੇ ਦਾਸ ਨੇ ਉੱਥੇ ਰਿਕੁਐਸਟ ਕੀਤੀ ਕਿ ਅਸੀਂ ਸਿੱਖਾਂ ਦੇ ਵੱਲੋਂ ਅਸੀਂ ਮੈਡੀਟੇਸ਼ਨ ਕਰਵਾਉਣਾ ਚਾਹੁੰਦੇ ਹਾਂ। ਉਹਨਾਂ ਨੇ ਫਿਰ ਸਾਰੀ ਕਾਨਫਰੰਸ ਦੇ ਵਿੱਚ ਅਨਾਉਂਸਮੈਂਟ ਕੀਤੀ ਕਿ ਜੀ ਅੱਜ ਦੀ ਮੈਡੀਟੇਸ਼ਨ ਸਿੱਖਾਂ ਵੱਲੋਂ ਹੋਏਗੀ। ਅੱਛਾ। ਸੋ ਉੱਥੇ ਫਿਰ ਦਾਸ ਨੇ, ਮੈਂ ਆਵਾਜ਼ਾਂ ਲੈ ਕੇ ਗਿਆ ਸੀ ਉੱਥੇ, ਕੀਰਤਨ ਕੀਤਾ ਤੇ ਲੋਕਾਂ ਨੂੰ ਦੱਸਣ ਦਾ ਮੌਕਾ ਮਿਲਿਆ ਵੀ ਸਾਡਾ ਧਰਮ ਵੀ ਦੁਨੀਆ ਦੀ ਭਲਾਈ ਲਈ ਅਰਦਾਸ ਕਰਦਾ। ਮੈਡੀਟੇਸ਼ਨ ਵੱਲੋਂ ਕੀਰਤਨ ਨਹੀਂ ਕਿ ਨਾਮ ਵੀ ਜਪਾਇਆ? ਨਾਮ ਵੀ ਜਪਾਇਆ ਜੀ, ਵਾਹਿਗੁਰੂ ਦਾ ਜਿਹੜਾ ਮੰਤਰ ਲੈ ਕੇ ਹਾਰਮੋਨੀਅਮ ਦੇ ਨਾਲ ਤੇ ਫਿਰ ਮੈਡੀਟੇਸ਼ਨ ਕਰਵਾਇਆ। ਸੋ ਉਹ ਲੋਕਾਂ ਨੇ ਬੜਾ ਪਸੰਦ ਕੀਤਾ ਔਰ ਬੜਾ ਅੱਛੇ ਕੰਪਲੀਮੈਂਟਸ ਮਿਲੇ। ਕਈ ਜਿਹੜੇ ਵਰਲਡ ਲੈਵਲ ਦੇ ਬੰਦੇ ਉੱਥੇ ਬੈਠੇ ਸੀਗੇ, ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ, ਤੇ ਨਾਲ ਵੂਮਨਸ ਰਾਈਟਸ ਦੀ ਵੀ ਗੱਲ ਕੀਤੀ ਗਈ ਸਟੇਜ ਦੇ ਉੱਤੇ, ਤੇ ਉਹ ਵੀ ਦਾਸ ਨੂੰ ਮੌਕਾ ਮਿਲਿਆ। ਸੋ ਉਹਦੇ ਨਾਲ ਫਿਰ ਇਨਵਾਇਰਨਮੈਂਟਲ ਇਸ਼ੂਜ਼ ਦੇ ਵਿੱਚ ਮੈਂ ਕਾਫੀ ਐਕਟਿਵ ਹੋਣਾ ਸ਼ੁਰੂ ਹੋਇਆ, ਕਿਉਂਕਿ ਮੈਂ ਸਮਝਦਾ ਸੀਗਾ ਵੀ ਸਿੱਖਾਂ ਵੱਲੋਂ ਇਸ ਇੰਪੋਰਟੈਂਟ ਇਸ਼ੂ ਬਾਰੇ ਜੇ ਅਸੀਂ ਟੇਬਲ ਦੇ ਉੱਤੇ ਬੈਠ ਕੇ ਅਸੀਂ ਆਪਣੀ ਗੱਲ ਨਹੀਂ ਕਰ ਰਹੇ ਤੇ ਵੀ ਆਰ ਲੂਜ਼ਿੰਗ ਦ ਬੱਸ, ਵੀ ਆਰ ਲੂਜ਼ਿੰਗ ਐਨ ਅਪਰਚੁਨਿਟੀ ਕਿ ਅਸੀਂ ਆਪਣੇ ਧਰਮ ਨੂੰ ਉਭਾਰ ਨਹੀਂ ਪਾ ਰਹੇ ਮਨੁੱਖਤਾ ਦੀਆਂ ਪ੍ਰੋਬਲਮਸ ਨੂੰ ਸੋਲਵ ਕਰਨ ਲਈ। ਸੋ ਉਸੇ ਦੌਰਾਨ ਫਿਰ ਮਾਸਕੋ ਤੋਂ ਬਾਅਦ ਫਿਰ ਗ੍ਰੀਸ ਤੇ ਟਰਕੀ, ਇੰਗਲੈਂਡ ਦੇ ਵਿੱਚ ਤੇ ਜਾਪਾਨ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਇਹਨਾਂ ਇਸ਼ੂਜ਼ ਉੱਤੇ। ਹਰ ਸਾਲ ਇੱਕ ਜਗ੍ਹਾ ਜਾਂਦੇ ਸੀ ਕਿਸ ਤਰ੍ਹਾਂ? ਹਾਂਜੀ, ਇਹ ਐਕਚੁਅਲੀ ਪੋਪ ਵੱਲੋਂ 1986 ਦੇ ਵਿੱਚ ਮੀਟਿੰਗ ਬੁਲਾਈ ਗਈ ਸੀ, ਜਿਹਦੇ ਵਿੱਚ ਅਗੇਨ ਸਿੱਖ ਰਿਪਰੈਜ਼ੈਂਟੇਟਿਵ ਕੋਈ ਨਹੀਂ ਸੀਗਾ। ਇੱਕ ਲੋਕਲ ਇੰਗਲੈਂਡ ਤੋਂ ਗਏ ਹੋਏ ਸਨ, ਪਰ ਹੀ ਵਾਸ ਨਾਟ ਐਨ ਅਫੀਸ਼ੀਅਲ ਡੈਲੀਗੇਟ। ਇਟ ਵਾਸ ਓਨਲੀ 5 ਰਿਲੀਜਨਸ ਜਿਹੜੇ ਕਿ ਰੈਕੋਗਨਾਈਜ਼ ਕੀਤੇ ਗਏ ਸੀ ਉਸ ਵੇਲੇ, ਹਿੰਦੂਇਜ਼ਮ, ਬੁੱਧਿਜ਼ਮ, ਕ੍ਰਿਸਚੈਨਿਟੀ, ਇਸਲਾਮ ਤੇ ਪ੍ਰੋਟੈਸਟੈਂਟ ਜਿਹੜਾ ਧਰਮ ਹੈਗਾ। ਸੋ ਇਸ ਕਰਕੇ, ਜਾਂ ਯਹੂਦੀਆਂ ਦਾ ਧਰਮ। ਸੋ ਇਹ ਫਿਰ ਜਦੋਂ 94 ਦੇ ਵਿੱਚ ਇਹ ਅਸੀਂ ਵੀ ਲੌਬੀ ਕੀਤਾ ਤੇ ਉਹਨਾਂ ਨੇ ਫਿਰ ਸਿੱਖਾਂ ਨੂੰ ਵੀ ਇਹਦੇ ਵਿੱਚ ਇਨਕਲੂਡ ਕੀਤਾ। ਸੋ ਇਹ ਜਿਹੜੀ ਕਾਨਫਰੰਸਿਸ ਸੀਗੀਆਂ, ਸੀਰੀਜ਼ ਆਫ ਕਾਨਫਰੰਸਿਸ ਸੀਗੀਆਂ, ਜਿਹਦੇ ਵਿੱਚ ਸਿੱਖ ਪਰਸਪੈਕਟਿਵ ਵੀ ਅਸੀਂ ਬਣਾਇਆ। ਫਿਰ ਉਸ ਵੇਲੇ ਯੂਨਾਈਟਿਡ ਨੇਸ਼ਨਸ ਵੱਲੋਂ ਇੱਕ ਬੁੱਕ ਪਬਲਿਸ਼ ਹੋਣੀ ਸੀਗੀ ਇਨਵਾਇਰਨਮੈਂਟ ਦੇ ਉੱਤੇ। ਅੱਛਾ। ਤੇ ਜਿਹੜਾ ਯੂਨਾਈਟਿਡ ਨੇਸ਼ਨਸ ਇਨਵਾਇਰਨਮੈਂਟਲ ਪ੍ਰੋਗਰਾਮ ਹੈ, ਔਰ ਉਹ ਜਿਹੜੀ ਬੁੱਕ ਹੈ ਉਹ ਸਾਰੇ ਵਰਲਡ ਦੇ ਵਿੱਚ ਸਾਰੀਆਂ ਕੰਟਰੀਜ਼ ਦੇ ਵਿੱਚ ਸਕੂਲਸ ਦੇ ਵਿੱਚ ਜਾਣੀ ਸੀਗੀ। ਉਹਦੇ ਵਿੱਚ ਫਿਰ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਵੀ ਸਿੱਖਾਂ ਦਾ ਪਰਸਪੈਕਟਿਵ ਭੇਜੋ। ਉਹਦੇ ਵਿੱਚ ਫਿਰ ਅਸੀਂ 3 ਪੇਜਸ ਇਨਕਲੂਡ ਕੀਤੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸ਼ਬਦ ਨੇ, ਜਲ ਥਲ ਮਈਲ ਪਰਪੁਲੀ ਨਾਇਕ, ਇਦਾਂ ਦੇ ਕਈ ਸ਼ਬਦ ਅਸੀਂ ਉਹਦੇ ਵਿੱਚ ਇਨਕਲੂਡ ਕਰਾਏ ਨੇ। ਤੇ ਉਹ ਵਾਹਿਗੁਰੂ ਦੀ ਐਸੀ ਮਿਹਰ ਹੋਈ ਕਿ ਜਦੋਂ ਐਲ ਗੋਰ ਨੇ ਕਿਤਾਬ ਲਿਖੀ ਅਰਥ ਦੇ ਉੱਤੇ, ਉਹਦਾ ਜਿਹੜਾ ਫਸਟ ਪੇਜ ਦੇ ਉੱਤੇ ਨੇ ਉਹਨੇ ਜਿਹੜਾ ਉਹਦਾ ਕੋਟੇਸ਼ਨ ਹੈ, ਉਹ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਅਸੀਂ
ਯੂਨਾਈਟਿਡ ਨੇਸ਼ਨਸ 'ਚ ਪਾਈ ਹੋਈ ਉਹ ਛਾਪੀ ਹੋਈ ਉਹਨੇ ਅੱਛਾ ਐਲ ਗੋਰ ਦੀ, ਯਾਰ ਉਹਨੇ ਕਿਹਾ ਵੀ ਯੂਨਾਈਟਿਡ ਨੇਸ਼ਨਸ ਦੀ ਇਸ ਬੁੱਕ ਦੇ ਵਿੱਚੋਂ ਮੈਂ ਲਿਆ ਹੋਇਆ। ਗੁੱਡ। ਸੋ ਇਹ ਦਾਸ ਨੂੰ ਸਾਨੂੰ ਮੌਕਾ ਮਿਲਿਆ ਕਿ ਅਸੀਂ ਆਪਣੀ ਗੱਲ, ਗੁਰੂ ਦੀ ਗੱਲ ਜਿਹੜੀ ਵਰਲਡ ਲੈਵਲ ਤੱਕ ਪਹੁੰਚਾ ਸਕੇ। ਤੇ ਐਲ ਗੋਰ ਤੁਹਾਨੂੰ ਮਿਲੇ, ਕਦੀ ਕੰਟੈਕਟ ਹੋਇਆ ਉਹਨਾਂ ਐਲ ਗੋਰ ਉਸ ਮੀਟਿੰਗ 'ਚ ਸੀਗਾ ਮਾਸਕੋ ਦੇ ਵਿੱਚ। ਅੱਛਾ। ਮੈਨੂੰ 2 ਵਾਰੀ ਉਹਦੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਔਰ ਉਹਨੂੰ ਮੈਂ ਆਪਣੀ ਗੱਲਬਾਤ ਵੀ ਦੱਸੀ এনवायरमेंटल ਇਸ਼ੂਜ਼ ਬਾਰੇ। ਹਾਂਜੀ। ਉਸ ਦੇ ਬਾਅਦ ਤੁਸੀਂ ਸਕੋਰ ਇੱਕ ਆਰਗੇਨਾਈਜੇਸ਼ਨ ਕਾਇਮ ਕੀਤੀ, ਸਿੱਖ ਕਾਉਂਸਲ ਔਨ ਰਿਲੀਜਨ ਐਂਡ ਐਜੂਕੇਸ਼ਨ, ਉਹ ਕਿਦੋਂ ਤੁਸੀਂ ਬਣਾਈ? ਉਹ ਇਸ ਕਰਕੇ ਸੀਗੀ ਜੀ, ਇਹ ਜਿਹੜੇ ਕਾਫੀ ਐਕਟੀਵਿਟੀਜ਼ ਸੀਗੀਆਂ ਅਸੀਂ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਦੇ ਬੈਨਰ ਥੱਲੇ ਕਰਦੇ ਸੀਗੇ ਪਹਿਲੇ ਜਿਹੜੀਆਂ ਕੀਤੀਆਂ। ਹਾਂ, ਜਿਹੜਾ ਮਾਸਕੋ ਜਾਣਾ ਸੀਗਾ ਜਾਂ ਹੋਰ ਕਿਤੇ ਵੀ ਜਾਂਦੇ ਸੀਗੇ। ਹਾਂਜੀ। ਪਰ ਇੱਕ ਸਟੇਜ ਫਿਰ ਇੰਟਰਫੇਥ ਦੀਆਂ ਐਕਟੀਵਿਟੀਜ਼, ਫਿਰ ਇੱਕ ਸਟੇਜ ਇਹੋ ਜਿਹੀ ਆ ਗਈ ਕਿ ਸਾਨੂੰ ਲੋੜ ਸੀਗੀ ਇੱਕ ਨੈਸ਼ਨਲ ਫੋਰਮ ਕ੍ਰੀਏਟ ਕੀਤਾ ਜਾਵੇ ਤੇ ਨਾਲੇ ਜਿਹੜੇ ਪੋਲੀਟੀਕਲ ਲੀਡਰਸ ਦੇ ਨਾਲ ਇੰਟਰੈਕਸ਼ਨ ਕਰਨ ਲਈ ਇੱਕ ਐਦਾਂ ਦਾ ਪਲੇਟਫਾਰਮ ਕ੍ਰੀਏਟ ਕੀਤਾ ਜਾਵੇ ਜਿਹਦੇ ਵਿੱਚ ਧਰਮ ਦੀ ਗੱਲ, ਐਜੂਕੇਸ਼ਨ ਦੀ ਗੱਲ ਵੀ ਹੋਵੇ। ਸੋ ਉਹ ਫਿਰ 1998 ਦੇ ਵਿੱਚ ਅਸੀਂ ਇੱਕ ਮੀਟਿੰਗ ਸੱਦੀ ਪ੍ਰੈਜ਼ੀਡੈਂਟ ਕਲਿੰਟਨ ਦੇ ਆਫੀਸ਼ੀਅਲਸ ਦੇ ਨਾਲ, ਉਹਨਾਂ ਦੇ ਅਸਿਸਟੈਂਟਸ ਦੇ ਨਾਲ। ਇਹ ਪਹਿਲੀ ਮੀਟਿੰਗ ਸੀਗੀ 1998 ਦੇ ਵਿੱਚ ਵਾਈਟ ਹਾਊਸ ਦੇ ਵਿੱਚ। ਤਕਰੀਬਨ 45 ਸਿੱਖ ਰਿਪਰੈਜ਼ੈਂਟੇਟਿਵਸ ਅਸੀਂ ਇਕੱਠੇ ਕੀਤੇ ਸਾਰੇ ਅਮਰੀਕਾ ਤੋਂ। ਉਹਦੇ ਵਿੱਚ ਕੋਈ ਬਿਜ਼ਨਸਮੈਨ ਸੀਗੇ, ਕੋਈ ਲਾਇਰ ਸੀਗੇ, ਕੋਈ ਡਾਕਟਰ ਸੀਗੇ, ਫਾਰਮਰਸ ਆਪਣੇ ਕੈਲੀਫੋਰਨੀਆ ਤੋਂ। ਸੋ ਤਕਰੀਬਨ 45 ਬੰਦੇ ਸਾਰੇ ਅਮਰੀਕਾ ਤੋਂ ਆਏ। they went under score? ਨਹੀਂ, ਅਸੀਂ ਇਹੀ ਕਿਹਾ ਵੀ ਸਿੱਖ ਲੀਡਰਸ ਦੇ ਨਾਲ ਮੀਟਿੰਗ ਹੈਗੀ। ਵੀ ਹੈਡ ਨਾਟ ਫਾਰਮ, ਇਨਫੈਕਟ ਉਸ ਮੀਟਿੰਗ ਤੋਂ ਬਾਅਦ ਅਸੀਂ ਬਾਹਰ ਨਿਕਲ ਕੇ ਵੀ ਹੈਡ ਅ ਲੰਚ ਵਾਈਟ ਹਾਊਸ ਤੋਂ ਬਾਅਦ। ਉਸ ਫਿਰ ਅਸੀਂ ਸਕੋਰ ਦੀ ਫਾਰਮੇਸ਼ਨ। ਤੇ ਉਹ ਮੀਟਿੰਗ ਵਿੱਚ ਕਿਸ ਤਰ੍ਹਾਂ ਦੀ ਗੱਲ ਹੋਈ ਤੁਹਾਡੀ ਵਾਈਟ ਹਾਊਸ ਮੀਟਿੰਗ ਦੇ ਵਿੱਚ? ਸਾਡੇ ਇਸ਼ੂਜ਼ ਸੀਗੇ ਵੀ ਜਿਹੜਾ ਪ੍ਰੈਜੁਡਿਸ ਹੈ ਜਾਂ ਡਿਸਕ੍ਰਿਮੀਨੇਸ਼ਨ ਹੈ ਤੇ ਇਮੀਗ੍ਰੇਸ਼ਨ ਇਸ਼ੂਜ਼ ਨੇ ਜਿਹੜੇ ਕਿ ਅਫੈਕਟ ਕਰਦੇ ਨੇ ਹਰੇਕ ਸਿੱਖ ਨੂੰ, ਭਾਵੇਂ ਉਹ ਲੋਅਰ ਲੈਵਲ ਤੇ ਕੰਮ ਕਰਦਾ ਜਾਂ ਹਾਇਰ ਲੈਵਲ ਤੇ ਕੰਮ ਕਰਦਾ ਹੈ। ਸੋ ਅਸੀਂ ਉਹਨਾਂ ਸਾਰਿਆਂ ਨੂੰ ਪਰਸਪੈਕਟਿਵ ਨੂੰ ਫਿਰ ਯੂਨਾਈਟਿਡ ਸਟੇਟਸ ਆਰਮੀ ਦੇ ਵਿੱਚ ਸਿੱਖਾਂ ਨੂੰ ਹਲੇ ਵੀ ਇਨਕਲੂਡ ਨਹੀਂ ਕੀਤਾ ਗਿਆ ਹੈਗਾ। ਸੋ ਇਦਾਂ ਦੇ ਕਈ ਅਸੀਂ ਜਿਹੜੇ ਇਸ਼ੂਜ਼ ਉਸ ਵੇਲੇ ਪ੍ਰੈਜ਼ੈਂਟ ਕੀਤੇ ਸੀਗੇ। ਤੇ ਵਾਈਟ ਹਾਊਸ ਕੌਣ ਸੀ ਤੁਹਾਡੇ ਨਾਲ ਜਿਹੜਾ ਡਾਇਲੋਗ ਕਰ ਰਹੇ ਸੀ ਉਸ ਵੇਲੇ ਜੀ? ਜਿਹੜੇ ਵਾਈਟ ਹਾਊਸ ਦੇ ਵਿੱਚ ਜਿਹੜੀ ਪ੍ਰੈਜ਼ੀਡੈਂਟ ਕਲਿੰਟਨ ਦਾ ਕਾਉਂਸਲ ਹੈ ਉਹ ਸੀਗਾ, ਤੇ ਜਿਹੜੀ ਬਾਅਦ ਦੇ ਵਿੱਚ ਲੇਬਰ ਸੈਕਟਰੀ ਬਣੀ ਪਰ ਉਸ ਵੇਲੇ ਸਪੈਸ਼ਲ ਅਸਿਸਟੈਂਟ ਟੂ ਪ੍ਰੈਜ਼ੀਡੈਂਟ ਕਲਿੰਟਨ ਸੀਗੀ, ਉਹ ਸੀਗੀ। ਤੇ ਇਸ ਤਰ੍ਹਾਂ ਦੇ ਜਿਹੜੇ ਹਾਈ ਲੈਵਲ ਦੇ ਬੰਦੇ ਸੀਗੇ ਜਿਹੜੇ ਹੂ ਰਿਪੋਰਟ ਟੂ ਪ੍ਰੈਜ਼ੀਡੈਂਟ। ਜਦੋਂ ਤੁਹਾਡੀ ਮੀਟਿੰਗ ਹੋ ਜਾਂਦੀ ਹੈ, ਡੂ ਦੇ ਪਾਸ ਔਨ ਦਿਸ ਮੈਸੇਜ ਕਿ ਕਲਿੰਟਨ ਪਰ ਜਾਂਦਾ ਜੀ ਇਦਾਂ ਦੇ ਆਏ ਲੋਕ ਹੈ? ਹਾਂਜੀ, ਇਹ ਐਕਚੁਅਲੀ ਦੈਟ ਇਜ਼ ਅ ਟ੍ਰੈਡੀਸ਼ਨ ਕਿ ਜਦੋਂ ਵਾਈਟ ਹਾਊਸ ਦੇ ਵਿੱਚ ਕੋਈ ਇਦਾਂ ਦਾ ਗਰੁੱਪ ਆਂਦਾ ਹੈ ਤੇ ਉਹਦੀ ਜਿਹੜੀ ਸਪੈਸ਼ਲ ਬਰੀਫਿੰਗ ਹੈ ਜਿਹੜੀ ਫਿਰ ਉਹ ਪ੍ਰੈਜ਼ੀਡੈਂਟ ਨੂੰ ਦਿੱਤੀ ਜਾਂਦੀ ਹੈ। ਸੋ ਦੈਟ ਹੀ ਇਜ਼ ਅਵੇਅਰ ਆਫ ਕਿ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਵੱਲੋਂ ਕਿਹੜੇ ਗਰੁੱਪਸ ਨਾਲ ਗੱਲਬਾਤ ਹੋ ਰਹੀ ਹੈ ਤੇ ਕੀ ਵਿਚਾਰ ਨੇ ਜਾਂ ਪਬਲਿਕ ਕੀ ਫੀਲ ਕਰਦੀ ਹੈ ਇਸ਼ੂਜ਼ ਬਾਰੇ। ਸੋ ਉਹ ਫਿਰ ਉਦਾਂ ਦੀਆਂ ਰਿਪੋਰਟਸ ਪ੍ਰੈਜ਼ੀਡੈਂਟ ਬੁਸ਼ ਨੂੰ ਜਾਂ ਕਲਿੰਟਨ ਨੂੰ ਜਾਂਦੀਆਂ ਨੇ ਫਰਮ ਐਨੀ ਮੀਟਿੰਗਸ ਵਿਚ ਟੇਕਸ ਪਲੇਸ। ਤੇ ਉਹਦੇ ਬਾਅਦ ਕਿ ਤੁਹਾਨੂੰ ਕੋਈ ਆਫਿਸ ਵੱਲੋਂ ਫੀਡਬੈਕ ਤੁਹਾਨੂੰ ਵਾਪਸ ਆਉਂਦੀ ਹੈ ਤੁਸੀਂ ਆਏ ਸੋ ਇਹ ਗੱਲਬਾਤ ਹੋਈ, ਦਿਸ ਇਜ਼ ਵਾਟ ਵੀ? ਹਾਂਜੀ। ਇਨਫੈਕਟ ਫਿਰ ਉਹ ਕੰਟੀਨਿਊਸ ਡਾਇਲੌਗ ਹੁੰਦਾ ਹੈ ਤੇ ਫਿਰ ਉਹ ਜਿਹੜੀਆਂ ਕੋਈ ਇੰਪੋਰਟੈਂਟ ਮੀਟਿੰਗਸ ਹੁੰਦੇ ਨੇ ਉਹਦੇ ਵਿੱਚ ਬੁਲਾਉਂਦੇ ਨੇ ਕਿ ਤੁਸੀਂ ਆਓ, ਇਹਦੇ ਵਿੱਚ ਤੁਹਾਡਾ ਕੋਈ ਰਿਪਰੈਜ਼ੈਂਟੇਟਿਵ ਉਹਨੂੰ ਭੇਜੋ, ਜਾਂ ਲੇਬਰ ਡਿਪਾਰਟਮੈਂਟ ਵੱਲੋਂ ਕੋਈ ਮੀਟਿੰਗ ਹੈ ਜਾਂ ਕਾਮਰਸ ਵੱਲੋਂ ਹੈ ਜੇ ਵੀ ਸਿੱਖ ਜਿਹੜੇ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਇਨਵੋਲਵ ਹੋਣਾ ਚਾਹੁੰਦੇ ਨੇ ਜਾਂ ਆਪਣੇ ਸਮਾਲ ਬਿਜ਼ਨੈਸਿਸ ਬਾਰੇ ਕੋਈ ਹੈਲਪ ਲੈਣਾ ਚਾਹੁੰਦੇ ਨੇ। ਸੋ ਮੈਨੀ ਓਪਰਚੁਨਿਟੀਜ਼ ਕੈਨ ਬੀ ਓਪਨਡ ਅਪ। ਮਤਲਬ ਕਿ ਪਹਿਲੀ ਮੀਟਿੰਗ ਨਾਲ ਇਹ ਹੋ ਗਿਆ, ਉਹਨਾਂ ਨੂੰ ਪਤਾ ਚੱਲ ਗਿਆ ਵੀ ਸਿੱਖ ਇੱਕ ਕੌਮ ਹੈਗੀ ਹੈ ਜਿਹੜੇ ਸਾਡੇ ਵਾਸ਼ਿੰਗਟਨ 'ਚ ਵੀ ਤੇ ਅਮਰੀਕਾ 'ਚ ਬੈਠੇ। ਇਹ ਆਪਣੇ ਆਪ 'ਚ ਮੈਂ ਸਮਝਦਾ ਕਿ ਹਾਲਾਂਕਿ 1993 ਦੇ ਵਿੱਚ ਥੋੜਾ ਜਿਹਾ ਪਿੱਛੇ ਜਾਣ ਦੀ ਮੈਂ ਸਮਝਣਾ ਜ਼ਰੂਰਤ ਹੈ ਕਿ 1993 ਦੇ ਵਿੱਚ ਇੱਕ ਬਿੱਲ ਪੇਸ਼ ਹੋਇਆ ਸੀਗਾ US ਕਾਂਗਰਸ ਦੇ ਵਿੱਚ, ਉਹਨੂੰ ਕਹਿੰਦੇ ਨੇ ਰਿਲੀਜੀਅਸ ਫਰੀडम ਰੈਸਟੋਰੇਸ਼ਨ ਐਕਟ। ਉਹਦਾ ਮਕਸਦ ਸੀਗਾ ਕਿ ਜਿਹੜੇ ਜੌਬ ਦੇ ਉੱਤੇ ਜਿਹੜੀਆਂ ਰਿਲੀਜੀਅਸ ਸਿੰਬਲਸ ਦੇ ਕਾਰਨ ਕਈ ਬੰਦਿਆਂ ਨੂੰ ਡਿਸਕ੍ਰਿਮੀਨੇਸ਼ਨਸ ਹੁੰਦੀਆਂ ਨੇ ਜਾਂ ਰਿਲੀਜੀਅਸ ਬਿਲੀਫਸ ਦੇ ਕਾਰਨ, ਜਿੱਦਾਂ ਕਿਸੇ ਜੀਵ ਨੂੰ ਯਾਮਕਾ ਪਾਉਣ ਦੀ ਇਜਾਜ਼ਤ ਨਹੀਂ ਹੈ ਜਾਂ ਸਿੱਖਾਂ ਨੂੰ ਕਿਰਪਾਨ ਦਾ ਇਸ਼ੂ ਹੈ ਜਾਂ ਪੱਗ ਦਾ ਇਸ਼ੂ ਹੈ ਜਾਂ ਕ੍ਰਿਸਚੀਅਨ ਜਿਹੜੇ ਨੇ ਕਈ ਸੰਡੇ ਨੂੰ ਕੰਮ ਨਹੀਂ ਕਰਨਾ ਚਾਹੁੰਦੇ ਉਹਨਾਂ ਦਾ ਇਸ਼ੂ ਹੈ। ਸੋ ਇਹ ਰਿਲੀਜੀਅਸ ਫਰੀडम ਰੈਸਟੋਰੇਸ਼ਨ ਐਕਟ ਇੱਕ ਬਿੱਲ ਪੇਸ਼ ਹੋਇਆ ਸੀਗਾ ਜਿਹਦੀ ਲੌਬਿੰਗ ਕਰਨ ਲਈ ਇੱਕ ਬੈਪਟਿਸਟ ਜੁਆਇੰਟ ਕਮੇਟੀ ਵੱਲੋਂ ਇੱਕ ਕੋਲੀਸ਼ਨ ਬਣਾਈ ਗਈ ਸੀ। ਉਹਦੇ ਵਿੱਚ ਸਿੱਖਾਂ ਵੱਲੋਂ ਅਸੀਂ ਜੁਆਇਨ ਕੀਤਾ ਸੀਗਾ। ਤੇ ਉਹ ਬਿੱਲ ਫਿਰ ਪਾਸ ਹੋ ਗਿਆ ਤੇ ਪ੍ਰੈਜ਼ੀਡੈਂਟ ਕਲਿੰਟਨ ਨੇ ਜਦੋਂ ਸਾਈਨ ਕਰਨਾ ਸੀਗਾ ਉਹ ਦਿਨ ਫਿਰ ਪਹਿਲੀ ਵਾਰ ਸਿੱਖਾਂ ਨੂੰ 1993 ਦੇ ਵਿੱਚ ਉਹਨਾਂ ਨੇ ਇਨਵਾਈਟ ਕੀਤਾ ਸੀ। ਹਾਂਜੀ।
ਅੱਛਾ ਤੇ ਉਹ ਜਿਹੜੀ ਬਿਲ ਸਾਈਨਿੰਗ ਸੈਰੇਮਨੀ ਦੇ ਵਿੱਚ ਮੈਂ ਸ਼ਾਮਲ ਹੋਇਆ ਸੀਗਾ। ਦੈਟ ਵਾਸ ਦ ਫਰਸਟ ਟਾਈਮ ਕਿ ਵਾਈਟ ਹਾਊਸ ਵੱਲੋਂ ਇਹ ਸਿੱਖਾਂ ਦੇ ਰਿਪਰੈਜ਼ੈਂਟੇਟਿਵ ਨੂੰ ਬਾਕੀ ਵੀ ਆਏਗੇ ਤਾਂ? ਹਾਂਜੀ, ਬਾਕੀ ਸਾਰੇ ਧਰਮਾਂ ਦੇ ਬੰਦੇ ਵੀ ਸੀਗੇ। ਅੱਛਾ। ਤੇ ਉਹਦੇ ਵਿੱਚ ਉਹ ਬਿੱਲ ਸਾਈਨ ਹੋਇਆ ਤੇ ਪ੍ਰੈਜ਼ੀਡੈਂਟ ਕਲਿੰਟਨ ਨੂੰ ਮੈਂ ਹਰਮੰਦਰ ਸਾਹਿਬ ਦੇ ਉੱਤੇ ਕਿਤਾਬ ਵੀ ਪ੍ਰੈਜ਼ੈਂਟ ਕੀਤੀ। ਸੋ ਉਦੋਂ ਵਾਈਸ ਪ੍ਰੈਜ਼ੀਡੈਂਟ ਐਲ ਗੋਰ ਦੇ ਨਾਲ ਵੀ ਗੱਲ ਕਰਨ ਦਾ ਮੌਕਾ ਮਿਲਿਆ। ਉਸ ਤੋਂ ਬਾਅਦ ਮੈਨੇ ਇਹ ਜਿਹੜਾ ਸਿਲਸਿਲਾ ਸੀਗਾ ਸਕੋਰ ਦਾ, ਫਿਰ ਦੈਨ ਇਟ ਲੈਡ ਟੂ 1998। ਅੱਛਾ, ਫਿਰ ਸਕੋਰ ਕਿਹੜੀ ਤੁਸੀਂ ਇੱਕ ਆਪਣੀ ਵਾਸ਼ਿੰਗਟਨ ਬੇਸ ਹੈਗੀ ਹੈ ਕਿ ਨੈਸ਼ਨਲ ਲੈਵਲ, ਇਹਦਾ ਕੀ ਪਰਪਸ? ਇਹ ਬੇਸਡ ਵਾਸ਼ਿੰਗਟਨ ਦੇ ਵਿੱਚ ਹੈ ਜੀ, ਪਰ ਇਹਦੇ ਹੁਣ ਅਸੀਂ ਰਿਪਰੈਜ਼ੈਂਟੇਟਿਵ ਸਾਰੇ ਸਿਟੀਜ਼ ਦੇ ਵਿੱਚ ਅਪਾਇੰਟ ਕੀਤੇ ਨੇ। ਤੇ ਮਕਸਦ ਇਹ ਹੀ ਹੈ ਕਿ ਸਿੱਖਾਂ ਨੂੰ ਇਹ ਕੋਈ ਇਸ ਤਰ੍ਹਾਂ ਦਾ ਕੋਈ ਪਲੇਟਫਾਰਮ ਨਹੀਂ ਹੈ ਜਿਹਦੇ ਵਿੱਚ ਕੋਈ ਵੀ ਇਟ ਇਜ਼ ਅ ਲੂਜ਼ ਨੈਟਵਰਕ। The purpose is ਕਿ ਜਿਹੜੇ ਬੰਦੇ ਜਿੱਥੇ ਕੰਮ ਕਰ ਰਹੇ ਨੇ ਉਹ ਆਪਣੇ ਲੈਵਲ ਤੇ ਕੰਮ ਕਰਦੇ ਰਹਿਣ, ਪਰ there should be a dialogue ਤੇ ਖਾਸ ਕਰਕੇ ਜਿਹੜਾ ਕੋਈ ਇਸ਼ੂ ਆਉਂਦਾ ਤੇ there should be a joint work। ਸੋ ਉਹ ਹੁਣ ਇਸ ਵੇਲੇ ਸਾਰੇ ਸਿਟੀਜ਼ ਦੇ ਵਿੱਚ ਰਿਪਰੈਜ਼ੈਂਟੇਟਿਵਸ ਨੇ ਹੈਗੇ ਨੇ। ਸੋ they are working to create more awareness on Sikh issues। ਹੁਣ ਜਿੰਨੇ ਵੀ ਤੁਹਾਡੇ ਫੰਕਸ਼ਨ ਹੁੰਦੇ ਨੇ, ਜਦੋਂ ਦੇਖੀਦਾ ਉਹਨਾਂ ਦੇ ਨਿਊਜ਼ ਵਿੱਚ ਜਾਂ ਇੰਟਰਨੈਟ ਤੇ, ਦੇ ਆਲ ਕਵਰਡ ਬਾਈ ਸਕੋਰ। ਹਾਂਜੀ ਹਾਂਜੀ, ਤੇ ਉਹ ਗੁਰਦੁਆਰੇ ਦਾ ਨਹੀਂ ਹੈ, ਤੁਹਾਡਾ ਸਕੋਰ ਦਾ ਹੀ ਉੱਚ। ਹਾਂਜੀ, ਔਰ ਉਹਦਾ ਹੁਣ ਜਿੱਦਾਂ ਅਸੀਂ 2001 ਦੇ ਵਿੱਚ ਜਦੋਂ ਇਹ 9/11 ਦਾ ਅਟੈਕ ਹੋਇਆ, ਉਹਦੇ ਕਰਕੇ ਸਾਨੂੰ ਜ਼ਰੂਰਤ ਸੀਗੀ ਵੀ ਅਸੀਂ ਆਪਣੀ ਗੱਲ ਨੂੰ ਪੇਸ਼ ਕਰੀਏ। ਫਿਰ ਇਹ ਸਿੱਖ ਅਮਰੀਕਨ ਹੈਰੀਟੇਜ ਡਿਨਰ, ਉਹਦੇ ਵਿੱਚ ਬਾਅਦ ਚ ਆਪਾਂ ਗੱਲ ਕਰ ਲਵਾਂਗੇ ਵੀ ਕਿਸ ਤਰ੍ਹਾਂ ਉਹਨੂੰ ਹਾਊ ਇਜ਼ ਦੈਟ ਬਿਕਮ। ਸੋ ਸਕੋਰ ਦਾ ਮੇਨ ਮਕਸਦ ਇਹ ਹੈ ਕਿ ਐਟ ਹਾਇਰ ਲੈਵਲ ਤੇ